ਬਹੁਤ ਜੀ ਕਿਸਾਨ ਇਤਿਹਾਦ ਕੀ ਹੈ ਤੇ ਕੀ ਕਰਨਾ ਚਾਹੀਦਾ ਕਿਸਾਨ ਇਤਿਹਾਦ ਦਾ ਇਸ ਟਾਈਮ? ਬੜਾ ਹੀ ਖਾਸ ਸਵਾਲ ਪੁੱਛ ਲਿਆ ਜੀ ਤੇ ਇਹਦਾ ਜਵਾਬ ਵੀ ਬੜਾ ਖਾਸ ਹੈ ਤੇ ਪਰ ਸੁਣਨਾ ਜ਼ਰਾ ਧਿਆਨ ਨਾਲ। ਜਿਹੜਾ ਵੀ ਕਿਸਾਨ ਹੈ ਨਾ, ਜਿਹੜਾ ਕਿਸਾਨੀ ਦੇ ਸ਼ੋਭੇ ਨਾਲ ਜੁੜਿਆ ਹੈ ਉਹ ਵੀ, ਤੇ ਜਿਹੜਾ ਕਿਸਾਨ ਇਤਿਹਾਦ ਦੇ ਮੈਂਬਰ ਹਜ਼ਰਾਤ ਨੇ ਉਹ ਵੀ, ਸਾਰੇ ਮੇਰਾ ਪੈਗਾਮ ਲਾਜ਼ਮੀ ਸੁਣਨਾ ਹੈ ਕਿ ਕਿਸਾਨ ਇਤਿਹਾਦ ਕਰ ਕੀ ਰਿਹਾ ਹੈ ਔਰ ਇਸ ਟਾਈਮ ਕਿਸਾਨ ਇਤਿਹਾਦ ਨੂੰ ਕਰਨਾ ਕੀ ਚਾਹੀਦਾ ਹੈ ਔਰ ਅਸਲ ਕਿਸਾਨ ਇਤਿਹਾਦ ਕੀ ਹੈ। ਅਸਲ ਕਿਸਾਨ ਇਤਿਹਾਦ ਦੇ ਉੱਤੇ ਮੈਂ ਪਹਿਲੇ ਵੀ ਵੀਡੀਓ ਬਣਾ ਚੁੱਕਿਆ, ਲੇਕਿਨ ਹਲਕਾ ਜਿਹਾ ਮੈਂ ਉਹਦੇ ਬਾਰੇ ਤੁਹਾਨੂੰ ਦੱਸ ਦੇਣਾ, ਲੇਕਿਨ ਗੱਲ ਸਾਰੀ ਸੁਣ ਕੇ ਜਾਣੀ। ਗੱਲ ਇਹ ਆ ਕਿ ਕਿਸਾਨ ਇਤਿਹਾਦ ਸਭ ਤੋਂ ਪਹਿਲੇ ਹੈ ਕੀ ਹੈ। ਕਿਸਾਨ ਇਤਿਹਾਦ ਬੇਸਿਕਲੀ ਕਿਸਾਨਾਂ ਦੀ ਇੱਕ ਕਮਿਊਨਿਟੀ ਹੈ ਜਿਹਨੇ ਕਿਸਾਨਾਂ ਦੇ ਫਾਇਦੇ ਲਈ ਮਿਹਨਤ ਕਰਨੀ ਹੈ ਤੇ ਕੋਸ਼ਿਸ਼ ਕਰਨੀ ਹੈ, ਠੀਕ ਹੈ ਨਾ। ਬਸ ਕਿਸਾਨ ਦੇ ਫਾਇਦੇ ਲਈ। ਉਹ ਬੇਸ਼ੱਕ ਕਿਸੇ ਜਗ੍ਹਾ ਤੇ ਕੋਈ ਸੀਡ ਦਾ ਪ੍ਰੋਬਲਮ ਹੈ ਤੇ ਕਿਸਾਨ ਦਾ ਫਾਇਦਾ ਕਰਨ, ਕਿਸੇ ਜਗ੍ਹਾ ਤੇ ਕੋਈ ਦੂਸਰਾ ਮਸ਼ੀਨਰੀ ਦਾ ਪ੍ਰੋਬਲਮ ਹੈ ਤੇ ਕਿਸਾਨ ਦਾ ਫਾਇਦਾ ਕਰਨ, ਕਿਸੇ ਜਗ੍ਹਾ ਤੇ ਕੋਈ ਚੀਜ਼ ਸਹੀ ਨਹੀਂ ਵਿਕ ਰਹੀ ਉਹਦਾ ਫਾਇਦਾ ਕਰਨ, ਯਾਨੀ ਕਿਸੇ ਵੀ ਜਗ੍ਹਾ ਤੇ ਕੋਈ ਵੀ ਪ੍ਰੋਬਲਮ ਕਿਸਾਨ ਨੂੰ ਹੈ, ਬਿਜਲੀ ਦਾ ਕੋਈ ਮਸਲਾ ਹੈ, ਸ਼ੂਗਰ ਗੰਨੇ ਦਾ ਮਸਲਾ ਹੈ, ਕਿਸੇ ਫਸਲ ਦਾ ਮਸਲਾ ਤੇ ਉਹਨੂੰ ਸਪੋਰਟ ਕਰਨ। ਹੁਣ ਗੱਲ ਇਹ ਆ ਕਿ ਇਸ ਟਾਈਮ ਜਿਹੜਾ ਕਿਸਾਨ ਇਤਿਹਾਦ ਸਾਡਾ ਮੌਜੂਦ ਹੈ, ਪਹਿਲੀ ਤਾਂ ਗੱਲ ਇਹ ਆ ਕਿ ਸਾਡਾ ਇਸ ਟਾਈਮ ਕਿਸਾਨ ਇਤਿਹਾਦ ਹੈ ਹੀ ਕੋਈ ਨਹੀਂ ਦਾ। ਇਤਿਹਾਦ ਉਹ ਹੁੰਦਾ ਹੈ ਜਿੰਦੇ ਵਿੱਚ ਤੁਹਾਡੀ ਸਾਰਿਆਂ ਲੋਕਾਂ ਦੀ ਗੱਲ ਇੱਕ ਹੋਵੇ। ਫਿਲਹਾਲ ਜਿਹੜਾ ਨਾ ਕੁਝ ਕਿਸਾਨ ਇਤਿਹਾਦ ਦੇ ਅਸਲ ਮੈਂਬਰ ਹੈ ਨੇ ਤੇ ਕੁਝ ਜਿਹੜੇ ਨਾ ਜੱਥਾ ਗਰੁੱਪ ਸ਼ਾਮਲ ਹੋ ਗਿਆ, ਜਿਹੜੇ ਆਪਣੇ ਜ਼ਾਤੀ ਮਫਾਦ ਲਈ, ਪੈਸਾ ਇਕੱਠਾ ਕਰਨ ਲਈ, ਕਿਸਾਨ ਨੂੰ ਲੁੱਟਣ ਲਈ ਉਹ ਜਿਹੜਾ ਨਾ ਆ ਗਏ ਨੇ ਮੈਦਾਨ 'ਚ, ਤੇ ਇਸੇ ਵਜ੍ਹਾ ਤੋਂ ਕਿਸਾਨ ਉਹਨਾਂ ਦਾ ਸਾਥ ਨਹੀਂ ਦਿੰਦਾ ਪਿਆ। ਤੇ ਜਿਹੜੇ ਲੋਕ ਸਹੀ ਕੰਮ ਕਰਨਾ ਚਾਹ ਰਹੇ ਨੇ ਉਹਨਾਂ ਦੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਉਹਨਾਂ ਦੇ ਬੱਚਿਆਂ ਦਾ ਵੀ ਮੈਂ ਤਾਬੇਦਾਰ ਹਾਂ। ਹੁਣ ਗੱਲ ਇਹ ਆ ਕਿ ਅਸੀਂ ਇਸ ਟਾਈਮ ਕਰਨਾ ਕੀ ਹੈ। ਸਭ ਤੋਂ ਪਹਿਲੇ ਕਿਸਾਨ ਇਤਿਹਾਦ ਨੇ ਇਸ ਟਾਈਮ ਕਰਨਾ ਕੀ ਹੈ। ਕਿਸਾਨ ਇਤਿਹਾਦ ਸਭ ਤੋਂ ਪਹਿਲੇ ਆਪਣੀ ਜਿਹੜੀ ਸਾਰੀ ਬਾਡੀ ਹੈ ਨਾ, ਇਹਦੇ ਸਟਰਕਚਰ ਨੂੰ ਚੇਂਜ ਕਰੇ। ਇਹਦੇ ਵਿੱਚ ਇੱਕ ਅੱਛੇ ਲੀਡਰ ਦੀ ਜ਼ਰੂਰਤ ਹੈ। ਬੇਸਿਕਲੀ ਲੀਡਰ ਜਿਹੜਾ ਹੁੰਦਾ ਨਾ, ਲੀਡਰ ਕਦੀ ਵੀ ਕਿਸੇ ਵੀ ਕਮਿਊਨਿਟੀ ਦਾ ਲੀਡਰ ਹੀ ਸਾਰਾ ਕਿਸਾਨ ਇਤਿਹਾਦ ਹੁੰਦਾ ਹੈ। ਕੋਈ ਵੀ ਮਹਿਕਮਾ ਹੋਵੇ, ਕੋਈ ਵੀ ਕਮਿਊਨਿਟੀ ਹੋਵੇ, ਉਹਦੇ ਲੀਡਰ ਦਾ ਜਿਹੜਾ ਇਮੇਜ, ਲੀਡਰ ਦੀ ਜਿਹੜੀ ਗੱਲ ਹੁੰਦੀ ਹੈ ਨਾ, ਉਹੀ ਸਾਰੀ ਗੱਲ ਹੁੰਦੀ ਹੈ। ਕਿਉਂਕਿ ਲੀਡਰ ਉਹਨਾਂ ਨੂੰ ਲੀਡ ਕਰ ਰਿਹਾ ਹੁੰਦਾ, ਉਹਨਾਂ ਨੂੰ ਦੱਸ ਰਿਹਾ ਹੁੰਦਾ। ਹੁਣ ਅਗਰ ਕਿਸੇ ਜਗ੍ਹਾ ਤੇ ਕੋਈ ਮੈਂਬਰ ਗਲਤ ਕੰਮ ਕਰ ਰਿਹਾ ਨਾ, ਤੇ ਉਹ ਲੀਡਰ ਦਾ ਕੰਮ ਹੈ ਉਹਨੂੰ ਕੰਟਰੋਲ ਕਰਨਾ, ਉਹਨੂੰ ਰੋਕਣਾ, ਉਹਦਾ ਸਾਥ ਨਹੀਂ ਦੇਣਾ। ਯਾਨੀ ਸਭ ਤੋਂ ਪਹਿਲੀ ਗੱਲ ਇਹ ਆ ਕਿ ਅਸੀਂ ਲੀਡਰ ਚੁਣਨਾ ਹੈ, ਔਰ ਲੀਡਰ ਅਗਰ ਸਾਡੇ ਕੋਲ ਮੌਜੂਦ ਨੇ ਪਹਿਲੇ, ਅਗਰ ਤੁਸੀਂ ਉਹਨਾਂ ਤੇ ਮੁਤਮਿਨ ਜੇ ਤੇ ਇਨਸ਼ਾ ਅੱਲਾਹ ਤਾਲਾ ਮੈਂ ਵੀ ਉਹਨਾਂ ਦੇ ਨਾਲ ਹਾਂ ਔਰ ਉਹਨਾਂ ਨਾਲ ਅਸੀਂ ਸਾਥ ਦੇਣਾ ਹੈ। ਤੇ ਔਰ ਉਹਨਾਂ ਨੂੰ ਅਸੀਂ ਰਿਕੁਐਸਟ ਕਰਨ ਲੱਗੇ ਹਾਂ ਕਿ ਸਭ ਤੋਂ ਪਹਿਲੇ ਆਪਣੀ ਜਿਹੜੀ ਪੂਰੀ ਬਾਡੀ ਹੈ ਨਾ, ਇਹਦੇ ਵਿੱਚੋਂ ਗਲਤ ਬੰਦਿਆਂ ਨੂੰ ਕਾਂਟਾ ਲਾ ਦਿਓ, ਇਹਦਾ ਗਲਤ ਬੰਦਿਆਂ ਤੇ ਕਾਂਟਾ ਲਾ ਦਿਓ। ਜੇ ਅਗਰ ਜਿਹੜੇ ਮਸ਼ਵਰੇ ਤੁਹਾਨੂੰ ਮੈਂ ਦੇਣ ਲੱਗਾ, ਅਗਰ ਤੁਸੀਂ ਇਹਨਾਂ ਤੇ ਅਮਲ ਨਾ ਕੀਤਾ ਤੇ ਕਿਸਾਨ ਹੋ ਸਕਦਾ ਹੈ ਕਿ ਮਹਿਕਮਿਆਂ ਦੇ ਗੱਲ ਘੱਟ ਪਵੇ ਤੇ ਤੁਹਾਡੇ ਜ਼ਿਆਦਾ ਪੈ ਜਾਵੇ ਵੀ ਤੁਸੀਂ ਤਾਂ ਸਾਡੇ ਨਾਂ ਦੇ ਉੱਤੇ ਤੁਸੀਂ ਲਟੇਰਾਬਾਜ਼ੀ ਹੋਰ ਸ਼ੁਰੂ ਕੀਤੀ ਹੈ। ਤੇ ਜਿਹੜੇ ਲੋਕ ਸਹੀ ਕੰਮ ਕਰ ਰਹੇ ਨੇ, ਮੈਂ ਉਹਨਾਂ ਤੋਂ ਬੜਾ ਮਾਜ਼ਰਤ ਖਾਂ, ਉਹਨਾਂ ਲਈ ਇਹ ਅਲਫਾਜ਼ ਨਹੀਂ ਦੇ, ਹਰਗਜ਼ ਉਹਨਾਂ ਲਈ ਅਲਫਾਜ਼ ਨਹੀਂ ਦੇ। ਯਾਨੀ ਕਿ ਬਾਡੀ ਦੀ ਸਫਾਈ ਕਰੋ, ਗਲਤ ਲੋਕਾਂ ਨੂੰ ਕੱਢ ਦਿਓ, ਜਿੱਡੇ ਮਰਜ਼ੀ ਕੀਮਤੀ ਨੇ। ਕਿਸਾਨ ਇਤਿਹਾਦ ਦਾ ਅਸਲ ਮਤਲਬ, ਕਿਸਾਨ ਇਤਿਹਾਦ ਸਾਨੂੰ ਨੀਅਤਨ, ਸਾਨੂੰ ਐਫਰਟ ਦੇ ਤੌਰ ਤੇ, ਯਾਨੀ ਅੱਛੇ ਲੋਕਾਂ ਦੀ ਜ਼ਰੂਰਤ ਹੈ। ਸਾਨੂੰ ਪੈਸੇ ਵਾਲੇ ਕਿਸਾਨਾਂ ਦੀ ਜ਼ਰੂਰਤ ਨਹੀਂ ਦੀ। ਸਾਨੂੰ ਹਜ਼ਾਰ ਕਿੱਲੇ ਦੇ ਜਿਹੜਾ ਮਾਲਕ ਹੋਵੇ ਉਹਨੂੰ ਕਿਸਾਨ ਦਾ ਸਦਰ ਬਣਾ ਦਿੱਤਾ, ਉਹਨੂੰ ਤਹਿਸੀਲ ਸਦਰ ਬਣਾ ਦਿੱਤਾ, ਉਹਨੂੰ ਜ਼ਿਲ੍ਹੇ ਸਦਰ ਬਣਾ ਦਿੱਤਾ। ਇਹਨਾਂ ਲੋਕਾਂ ਦੀ ਸਾਨੂੰ ਜ਼ਰੂਰਤ ਨਹੀਂ ਦੀ। ਅਗਰ ਸਹੀ ਕਿਸਾਨ ਇਤਿਹਾਦ ਬਣੇ ਤੇ ਕਿਸਾਨ ਖੁਦ ਪੈਸੇ ਦੇਗਾ। ਜ਼ਾਹਿਰ ਹੈ ਕਿਸਾਨ ਨੂੰ ਵੀ ਪਤਾ ਹੈ ਕਿ ਜਿਹੜੇ ਲੋਕ ਚੱਲਦੇ ਪਏ ਨੇ, ਸਾਡੀ ਖਿਦਮਤ ਕਰਦੇ ਪਏ ਨੇ, ਇਹਨਾਂ ਦਾ ਰੋਜ਼ਗਾਰ ਵੀ ਹੈ, ਇਹਨਾਂ ਦੇ ਬੱਚੇ ਵੀ ਨੇ, ਇਹਨਾਂ ਦੇ ਬੱਚਿਆਂ ਦੀ ਤਾਲੀਮ ਵੀ ਹੈ। ਅਗਰ ਤੁਸੀਂ ਸਹੀ ਕੰਮ ਕਰੋ ਤੇ ਕਿਸਾਨ ਤੁਹਾਨੂੰ ਖੁਦ ਸਪੋਰਟ ਕਰੇਗਾ। ਲੇਕਿਨ ਜਿਸ ਟਾਈਮ ਉਹਨੂੰ ਸਹੀ ਕੰਮ ਕਰਕੇ ਦਿਖਾਓਗੇ, ਕਰੇਗਾ ਨਾ, ਤੇ ਤੁਸੀਂ ਤਾਂ ਨਵੇਂ ਕੰਮਾਂ ਨੂੰ ਲੱਗੇ ਹੀ, ਤਾਂ ਉਹ ਤੁਹਾਨੂੰ ਕਿੱਥੋਂ ਸਪੋਰਟ ਕਰੇ? ਉਹ ਤਾਂ ਤੁਹਾਡੀ ਆਵਾਜ਼ ਤੇ ਬਾਹਰ ਵੀ ਨਹੀਂ ਆਉਣਾ, ਔਰ ਨਾ ਉਹਨੂੰ ਆਉਣਾ ਚਾਹੀਦਾ ਜੇ ਤੁਸੀਂ ਗਲਤ ਜੇ ਤੇ। ਔਰ ਕਿਸਾਨਾਂ ਨੂੰ ਪਤਾ ਹੈ ਸਾਰੀ ਗੱਲ ਦਾ, ਕਿਸੇ ਗੱਲ ਦੀ ਉਹਨਾਂ ਨੂੰ ਭੁੱਲ ਨਹੀਂ ਹੈਗੀ। ਵੱਡੇ ਜੱਥਾ ਗਰੁੱਪ ਤੁਸੀਂ ਇਕੱਠੇ ਕੀਤੇ ਨੇ, ਜ਼ਿਆਦਾਤਰ ਵੱਡੇ ਜੱਥਾ ਗਰੁੱਪ ਨੇ, ਕੋਈ 500 ਕਿੱਲੇ ਦਾ ਮਾਲਕ, 1500 ਕਿੱਲੇ ਦਾ ਮਾਲਕ, ਕੋਈ 2500 ਕਿੱਲੇ ਦਾ ਮਾਲਕ ਹੈ। ਉਹ ਜਨਾਬ ਕਿਸਾਨ ਇਤਿਹਾਦ ਦਾ ਮੈਂਬਰ ਹੈ ਜੀ, ਜ਼ਿਲ੍ਹੇ ਦਾ ਸਦਰ ਹੈ ਜੀ ਫਲਾਣੇ ਦਾ। ਉਹ ਜਨਾਬ ਆਪ ਹੀ ਸਾਰੇ ਮਾਮਲਾਤ ਕਰਦਾ ਪਿਆ। ਨਿੱਕੇ ਕਿਸਾਨ, ਅਸਲ ਕਿਸਾਨ ਨਿੱਕਾ ਹੈ, 10 ਤੋਂ 15 ਕਿੱਲਿਆਂ ਵਾਲਾ। 90% ਆਪਣੀ ਮਾਇਸ਼ਤ ਦਾ ਜਿਹੜਾ ਕਿਸਾਨ ਹੈ ਉਹ 10-15 ਕਿੱਲਿਆਂ ਵਾਲਾ ਹੈ। ਤੁਸੀਂ ਕਿਸਾਨ 50 ਕਿੱਲਿਆਂ ਵਾਲੇ ਨੂੰ ਸਮਝਦੇ ਜੇ, ਜਾਂ 80 ਕਿੱਲਿਆਂ ਜਾਂ 100 ਕਿੱਲੇ ਵਾਲੇ ਨੂੰ ਸਮਝਦੇ। ਉਹ ਕਿਸਾਨ ਨਹੀਂ ਦਾ, ਉਹ ਬੇਸਿਕਲੀ ਕਾਰਪੋਰੇਟ ਫਾਰਮਰ ਹੈ। ਕਾਰਪੋਰੇਟ ਫਾਰਮਰ ਦੇ ਉੱਤੇ ਕਹਿ ਮੈਂ ਟਾਪਿਕ ਦੇ ਉੱਤੇ ਗੱਲ ਕਰਾਂਗਾ, ਉਹ ਵੀ ਤੁਹਾਨੂੰ ਸਮਝਾਵਾਂਗਾ। ਹੁਣ ਗੱਲ ਇਹ ਆ ਕਿ ਭੇਡਾਂ ਸਾਰੀਆਂ ਨੂੰ ਸਾਫ਼ ਕਰੋ ਔਰ ਇਸ ਟਾਈਮ ਜਿਹੜੀ ਸੂਰਤ ਹਾਲ ਹੈ ਨਾ, ਉਹਦੇ ਮੁਤਾਬਕ ਕੰਮ ਕਰੋ। ਇਸ ਟਾਈਮ ਕਿਸਾਨ ਨੂੰ ਤੁਸੀਂ ਇਹ ਘੁੰਮਤ ਨਾਲ ਨਾ ਘੁਲੋ। ਘੁੰਮਤ ਦੇ ਕੋਲ ਕੁਛ ਵੀ ਨਹੀਂ ਹੈਗਾ, ਘੁਲ ਕੇ ਕੀ ਕਰੋਗੇ? ਤੁਹਾਨੂੰ ਕੁਛ ਵੀ ਨਹੀਂ ਲੱਭਣਾ। ਬੇਸ਼ੱਕ 6 ਮਹੀਨੇ ਘੁਲਦੇ ਰਹੋ, ਤੁਹਾਡੀ ਕਣਕ ਨਹੀਂ ਵਿਕ ਸਕਦੀ ਉਸ ਰੇਟ ਤੇ ਜਿਸ ਰੇਟ ਤੇ ਤੁਸੀਂ ਡਿਮਾਂਡ ਪੈ ਕਰਦੇ ਜੀ। ਹੁਣ ਕਰਨਾ ਤੁਸੀਂ ਕੀ ਹੈ? ਤੁਸੀਂ ਆਪਣੇ ਲੈਵਲ ਤੇ, ਆਪਣੀ ਸਤ੍ਹਾ ਤੇ ਮਾਮਲਾਤ ਨੂੰ ਦਰੁਸਤ ਕਰ ਲਵੋ, ਸਾਰਾ ਕੁਝ ਹੀ ਠੀਕ ਹੋ ਜਾਏਗਾ। ਸਭ ਤੋਂ ਪਹਿਲੇ ਗਲਤ ਬੰਦੇ ਆਪਦੇ ਕੱਢ ਕੇ ਬਾਹਰ ਸੁੱਟ ਦਿਓ, ਠੀਕ ਹੈ। ਆਪਦੇ ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲਾ ਲਵੋ ਤੇ ਤੁਹਾਡੇ ਅਨੇ ਮਨੇ ਡੀਲਰ ਹਜ਼ਰਾਤ, ਤੁਹਾਡੇ ਅਨੇ ਮਨੇ ਤੇਲ ਵੇਚਣ ਵਾਲੇ, ਤੁਹਾਡੇ ਅਨੇ ਮਨੇ ਖਾਦ ਵੇਚਣ ਵਾਲੇ, ਤੁਹਾਡੇ ਅਨੇ ਮਨੇ ਬੀਜ ਵੇਚਣ ਵਾਲੇ, ਤੁਹਾਡੇ ਅਨੇ ਮਨੇ ਦਵਾਈਆਂ ਵੇਚਣ ਵਾਲੀਆਂ ਕੰਪਨੀਆਂ, ਤੁਹਾਡੇ ਅਨੇ ਮਨੇ ਜਿੰਨੇ ਵੀ ਖਰੀਦਦਾਰ ਵਪਾਰੀ ਨੇ, ਇਹਨਾਂ ਨੂੰ ਡਾਂਗਾ ਫੇਰੋ ਜੇ ਕਿਸੇ ਜਗ੍ਹਾ ਤੇ ਗਲਤ ਕਰਦੇ ਪਏ ਨੇ।
ਸਵੇਰੇ ਹੀ ਨਾ ਕੰਪਨੀ ਦੇ ਡੀਲਰ ਜਿਹੜਾ 5000 ਦੀ ਸ਼ੈ ਜਾਂ 4000 ਦੀ ਸ਼ੈ 4500 ਦੀ ਉਹ ਤੁਹਾਨੂੰ 6000 ਦੀ ਦਿੰਦਾ ਪਿਆ, ਤੁਸੀਂ ਕਿੱਧਰ ਪੈ ਜਾਂਦੇ ਜੀ? ਤੁਸੀਂ ਉਤਾਂ ਪੈ ਜਾਂਦੇ ਜੀ। ਚੋਰ ਸਾਰੇ ਤੁਹਾਡੇ ਕੋਲ ਬੈਠੇ ਨੇ। ਦੱਸੋ ਮੈਨੂੰ ਕੀ ਹੋਵੇਗਾ? ਅਸੀਂ ਹੱਕ ਤੇ ਨਹੀਂ ਦੇ। ਇੱਕ ਸ਼ੈ 4400 ਰੁਪਏ ਦੀ ਉਹ ਸਾਨੂੰ 6000 ਦੀ ਮਿਲਦੀ ਪਈ। ਅਸੀਂ ਆਪਦੇ ਹੱਕ ਤੇ ਆਪਦੇ ਹੱਕ ਤੇ ਕਾਇਮ ਰਵੋ। ਗੱਲ ਕੋਈ ਵੀ ਨਹੀਂ ਦੂਸਰੀ ਹੈਗੀ। ਕੋਈ ਰੁੱਸਦਾ ਰੁੱਸੇ ਪਿਆ, ਕੋਈ ਜਾਂਦਾ ਜਾਵੇ ਪਿਆ। ਤੇ ਇਨਸ਼ਾਅੱਲਾ ਤਾਲਾ ਜਿਹੜਾ ਕੋਈ ਕਿਸੇ ਜਗ੍ਹਾ ਤੇ ਖਾਦ ਗਲਤ ਵੇਚ ਰਿਹਾ, ਬੰਦੇ ਇਕੱਠੇ ਕਰ ਲਓ, ਉਹਦੀ ਜਾ ਕੇ ਮਿਹਨਤ ਕਰੋ ਵੀ ਭਾਈ ਜਿਹੜਾ ਨਾ ਖਾਦ ਬੰਦੇ ਦਾ ਪੁੱਤਰ ਬਣ, ਅਸਲ ਸਰਕਾਰੀ ਰੇਟ ਤੇ ਵੇਚ ਅਸੀਂ ਲੈਣੀ ਹੈ। ਠੀਕ ਹੋ ਗਿਆ? ਥੋੜਾ ਜਿਹਾ ਹੌਸਲਾ ਤੇ ਸਬਰ ਵੀ ਕਰੋ। ਫਸਲ ਨੂੰ ਕੁਝ ਨਹੀਂ ਹੁੰਦਾ, ਇਹਨੂੰ ਸੱਤੇ ਹੀ ਖੈਰਾਂ ਨੇ। ਇਹ ਇਨਸ਼ਾਅੱਲਾ ਤਾਲਾ ਬਗੈਰ ਖਾਦ ਤੋਂ ਵੀ ਹੋ ਸਕਦੀ ਹੈ। ਅੱਲਾਹ ਪਾਕ ਦੀ ਰਹਿਮਤ ਹੋਵੇ ਨਾ, ਅਗਰ ਤੁਸੀਂ ਨਿੱਜ ਤੋਂ ਸਹੀ ਹੋ ਕੇ ਟੁਰ ਪਓਗੇ ਤੇ ਜਿੱਥੇ 7 ਬੋਰੀਆਂ ਪਾਉਂਦੇ ਇਹ 2 ਬੋਰੀਆਂ ਨਾਲ ਵੀ ਹੋ ਜਾਏਗੀ। ਟੈਨਸ਼ਨ ਨਾ ਲਵੋ। ਤੇ ਇਹ ਜਿਹੜੇ ਮਾਫੀਆ ਨੇ ਇਹਨਾਂ ਦਾ ਹੱਲ ਵੀ ਨਿਕਲ ਆਵੇਗਾ। ਜਿਹੜੇ ਤੁਹਾਨੂੰ ਨਜਾਇਜ਼ ਰੇਟ ਪੈ ਲਾਉਂਦੇ ਨੇ, ਫੜ ਲਓ ਡਾਂਗਾ ਤੇ ਫੜ ਲਓ ਕੰਪਨੀਆਂ ਨੂੰ ਜਿਹੜੇ ਤੁਹਾਨੂੰ ਗਲਤ ਦਵਾਈਆਂ ਵੇਚਦੇ ਪਏ ਨੇ। ਜਿਹੜੇ ਅੱਛੀਆਂ ਦਵਾਈਆਂ ਅੱਛਾ ਕੰਮ ਕਰਦੇ ਪਏ ਨੇ ਉਹਨਾਂ ਨੂੰ ਖਾਣੇ ਖਵਾਓ, ਉਹਨਾਂ ਦੀਆਂ ਦਾਵਤਾਂ ਕਰੋ, ਉਹਨਾਂ ਦੀ ਇੱਜ਼ਤ ਕਰੋ ਜਿਹੜਾ ਉਹਨਾਂ ਦਾ ਹੱਕ ਹੈ। ਜਿਹੜੇ ਲੋਕ ਗਲਤ ਕੰਮ ਕਰਦੇ ਫੜ ਲਓ ਡਾਂਗਾਂ ਤੇ ਜੁੱਤੀਆਂ, ਇਹਨਾਂ ਨੂੰ ਫੇਰੋ। ਜਿਹੜਾ ਬੰਦਾ ਕਿਸੇ ਜਗ੍ਹਾ ਤੇ ਜ਼ਿੰਮੇਦਾਰ ਨੂੰ ਗਲਤ ਬੀਜ ਦਿੰਦਾ, ਕਿਸੇ ਜਗ੍ਹਾ ਤੇ ਜ਼ਿੰਮੇਦਾਰ ਨੂੰ ਗਲਤ ਦਵਾਈ ਦਿੰਦਾ, ਉਹਦਾ ਨੁਕਸਾਨ ਹੁੰਦਾ। ਜ਼ਿੰਮੇਦਾਰ ਨੂੰ ਲੈ ਕੇ ਦਿਓ ਉਹਦਾ ਨੁਕਸਾਨ ਪਤਾ ਲੱਗੇ। ਤੁਸੀਂ ਕਿਸਾਨ ਤਾਂ ਦੇ ਹਿੱਸਾ ਜੇ। ਤੁਸੀਂ ਜਨਾਬੇ ਵਾਲਾ ਬਿਜਲੀ ਦਾ ਕਿਸੇ ਕੀ ਹੈ? ਠੀਕ ਹੈ, ਇਸ ਟਾਈਮ 50 ਰੁਪਏ ਯੂਨਿਟ ਹੈ। ਇਹ 90 ਰੁਪਏ ਹੋ ਜਾਣਾ। 2 ਮਹੀਨੇ ਕੱਢੋ ਬਸ। 2 ਮਹੀਨੇ ਬਾਅਦ 90 ਰੁਪਏ ਯੂਨਿਟ ਹੋਣਾ ਹੈ। ਕਿਸਾਨ ਨੇ ਜ਼ਲੀਲੋ ਖੁਆਰ ਹੋਣਾ ਹੈ। ਤੇ ਤੁਸੀਂ ਜਨਾਬ ਕਣਕ ਵੇਚਣ ਟੁਰੇ ਜੇ। ਕਣਕ ਵੇਚਣ ਦਾ ਹਾਲ ਮੈਂ ਦੱਸ ਦਿੱਤਾ ਕਿਸਾਨ ਨੂੰ, ਉਹ ਕਰ ਲੈਗਾ। ਤੁਸੀਂ ਟੈਨਸ਼ਨ ਫਰੀ ਹੋ ਜਾਓ ਜਨਾਬੇ ਵਾਲਾ। ਇਸ ਟਾਈਮ ਧਿਆਨ ਕਰੋ। ਚਾਵਲ ਇਸ ਟਾਈਮ ਜਿੰਨਾ ਕਾਸ਼ਤ ਹੋ ਗਿਆ, ਮੈਂ ਬੜਾ ਜ਼ਿਆਦਾ ਜ਼ਿੰਮੇਦਾਰ ਨੂੰ ਮਨਾ ਕੀਤਾ। 2 ਵੀਡੀਓ ਮੈਂ ਸਪੈਸ਼ਲ ਬਣਾਈਆਂ ਨੇ। ਹਾਈਬ੍ਰਿਡ ਚਾਵਲ ਤੋਂ ਬਚ ਜਾਓ। ਲੇਕਿਨ ਜੇ ਬਹੁਤ ਸਾਰੇ ਲੋਕਾਂ ਨੇ ਤਾਵਣ ਵੀ ਕੀਤਾ ਇਸ ਗੱਲ ਦੇ ਵਿੱਚ, ਔਰ ਇਨਸ਼ਾਅੱਲਾ ਇਸ ਚੀਜ਼ ਦਾ ਫਾਇਦਾ ਵੀ ਹੋਵੇਗਾ। ਲੇਕਿਨ ਫਿਲਹਾਲ ਵੀ ਮੈਨੂੰ ਹਾਈਬ੍ਰਿਡ ਮੋਟਾ ਚਾਵਲ 2000 ਤੋਂ ਉੱਤੇ ਨਹੀਂ ਵਿਕਦਾ ਦਿਸਦਾ ਪਿਆ। ਨਾ ਹੀ ਮੈਨੂੰ ਸੁਪਰੀ ਚਾਵਲ, ਸੁਪਰੀ ਹਾਈਬ੍ਰਿਡ ਜਾਂ ਸੁਪਰੀ ਆਮ ਸੁਪਰ ਫੈਨ 3000 ਤੋਂ ਉੱਤੇ ਨਹੀਂ ਵਿਕਦਾ ਪਿਆ। ਆਪ ਸਾਡੀਆਂ ਬਾਸਮਤੀ ਦੀਆਂ ਬੜੀਆਂ ਅੱਛੀਆਂ ਵੈਰਾਈਟੀਆਂ 18 ਮੈਨੂੰ 4000 ਤੋਂ ਉੱਤੇ ਨਹੀਂ ਵਿਕਦੀਆਂ ਦਿਸਦੀਆਂ ਪਈਆਂ। ਠੀਕ ਹੋ ਗਿਆ ਨਾ? ਗੱਲ ਇਹ ਆ ਕਿ ਇਹਨਾਂ ਚੀਜ਼ਾਂ ਤੇ ਧਿਆਨ ਦਿਓ। ਅਸੀਂ ਐਕਸਪੋਰਟ ਵਧਾਉਣੀ, ਅਸੀਂ ਮੁਲਕ ਤੋਂ ਬਾਹਰ ਇਹ ਚੀਜ਼ਾਂ ਨੂੰ ਘੱਲੀਏ। ਸਾਡੀਆਂ ਚੀਜ਼ਾਂ ਇਹਦੇ ਵਿੱਚ ਕੰਮ ਕਰੋ। ਪਤਾ ਲੱਗੇ ਤੁਸੀਂ ਕੰਮ ਪੈ ਕਰਦੇ। ਤੁਸੀਂ ਤਾਂ ਕਿਸਾਨ ਨੂੰ ਜ਼ਲੀਲ ਕਰਾਉਣ ਦੇ ਚੱਕਰ 'ਚ ਜੇ। ਵਾਪਡਾ ਦੇ ਮਾਮਲਾਤ ਕਿਸਾਨ ਦੇ, ਕੁਝ ਲੋਕਾਂ ਦੀ ਵਾਪਡਾ ਦੇ ਡਿਊਟੀ ਲਾਓ, ਕੁਝ ਲੋਕਾਂ ਦੀ ਸ਼ੂਗਰ ਕੇਨ ਦੇ ਮਾਮਲਾਤ ਨੇ ਉਹਨਾਂ ਨੂੰ ਹੱਲ ਕਰਾਓ। ਔਰ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਮਾਮਲਾਤ ਨੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ। ਇਹਦੇ ਵਿੱਚ ਕਿਸਾਨ ਦਾ ਸਾਥ ਦਿਓ। ਕਿਸਾਨ ਤੁਹਾਡੇ ਨਾਲ ਇਕੱਠੇ ਕਰੋ, ਉਹਨਾਂ ਨੂੰ ਕਹੋ ਸਾਡਾ ਸਾਥ ਦਿਓ। ਇਹਨਾਂ ਨੂੰ ਜਨਾਬ ਗੱਲ ਇਹ ਆ ਕਿ ਇਹ ਮਜਬੂਰੀ ਹੈ ਸਾਡੀ ਮਜਬੂਰੀ। ਅਸੀਂ ਆਪਦੇ ਬਾਲ ਭੁੱਖੇ ਨਹੀਂ ਮਾਰ ਸਕਦੇ। ਅਸੀਂ ਆਪਦੇ ਬਾਲ ਭੁੱਖੇ ਨਹੀਂ ਮਾਰ ਸਕਦੇ। ਔਰ ਅਸੀਂ ਅਗਰ ਆਪਣਾ ਹੱਕ ਨਹੀਂ ਨਾ ਲੈਂਦੇ ਤੇ ਇਹ ਵੀ ਸਾਨੂੰ ਕੱਲ ਨੂੰ ਪੁੱਛਿਆ ਜਾਏਗਾ ਵੀ ਤੁਸੀਂ ਐਡੇ ਬੁਜ਼ਦਲ ਸਾਜੇ, ਤੁਸੀਂ ਆਪਦਾ ਹੱਕ ਵੀ ਨਹੀਂ ਲੈ ਸਕੇ। ਯਾਰ ਕੋਈ ਗੱਲ ਕਰਨ ਵਾਲੀ ਕਰੋ।